ਅਸੀਂ ਆਪਣੇ बहुत ही ਸਤਿਕਾਰਯੋਗ ਹਲਕਾ ਡੇਰਾਬੱਸੀ MLA ਸਾਹਿਬ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਸ਼ਹਿਰ ਦੇ ਕੰਮ ਹੋਏ ਆ, ਜਿੰਨੇ ਵੀ ਪੁੱਠੇ ਸਿੱਧੇ ਕੰਮ ਹੋਏ ਆ, ਉਹਨਾਂ ਦੀ ਵਿਜੀਲੈਂਸ ਜਾਂਚ ਕਰਾਈ ਜਾਵੇ। ਸਾਡੇ ਵਾਰਡ ਦੇ ਅੰਦਰ ਇੱਕ 46 ਲੱਖ ਦਾ ਕੰਮ ਸੀਗਾ ਸਟ੍ਰੋਮ ਸੀਵਰ ਦਾ, ਜਿਹੜਾ ਕੰਮ ਹੀ ਪੂਰਾ ਨਹੀਂ ਹੋਇਆ। ਜਿਹੜਾ ਠੇਕੇਦਾਰ ਸੀ ਵਾਲੀਆ, वो भज गया है। जितने भी किसी वार्ड में काम हुए हैं, किसी भी MC से पूछा गया भी आपके वार्ड आपके जो काम हुए आपसे पूछते हैं, हम पेमेंट कर दें। अपनी इमेज को पाक साफ रखने के लिए मतलब उनको नैतिकता के आधार पर खुद इस्तीफा दे के कहना चाहिए, खुद कहना चाहिए अगर मैं स्वच्छ हूँ, मैं साफ सुथरा हूँ, तो बिल्कुल बेझिझक होकर जांच कराऊँ, ना कि जो आगे बिल पास हुए, काम हुए नहीं हुए और वो बिल पास हो चुके हैं। पार्षद बने थे, लोगों ने बड़ी उम्मीदों के साथ हमें चुना था, बड़े उत्साह के साथ हम MC भी बने कि लोगों के काम करवाएंगे। जब हमें लगा कि हमारे वार्ड के काम हो नहीं रहे हैं, तो हमें मजबूरन कह लो या किसी भी तरीके से कह लो, हमें पार्टी छोड़नी पड़ी। तो सब्जियों में बना दी, तब नहीं ठीक बनी, ऊपर से वैसे ही थोड़ा सा लुक पा दिया कि रोड बन गई, उसमें भी वो आती छोड़ दी गई थी एक साइड से, वो आज तक नहीं बनी है। देखिए, प्रधान बदलने का कारण मैं एक तो बताता हूँ। एक ना नैतिकता होती है कि आपके पास संख्या नहीं है। अभी 12 जो हैं एक तरह आम आदमी पार्टी में चले गए हैं, 11 उनके पास हैं। जीरकपुर के पार्षदों ने नगर परिषद प्रधान उदयवीर सिंह ढिल्लों पर लगाया भ्रष्टाचार का आरोप। 2 साल में किए कार्यों की विजिलेंस जांच की मांग की। बहुत ही ਸਤਿਕਾਰਯੋਗ ਮੇਰੇ ਪ੍ਰੈਸ ਰਿਪੋਰਟਰ ਭਰਾ ਅਤੇ ਮੇਰੇ ਸਾਥੀ MC ਸਾਹਿਬਾਨ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਇੱਕ ਛੋਟੇ ਜਿਹੇ ਸੁਨੇਹੇ ਤੇ ਸਾਰੇ ਭਰਾ ਮੇਰੇ ਇੱਥੇ ਪਹੁੰਚੇ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਔਰ ਅੱਜ ਦੀ ਜਿਹੜੀ ਕਾਨਫਰੰਸ ਹੈਗੀ ਆ, ਇਹ ਸ਼ਹਿਰ ਦੇ ਵਿਕਾਸ ਦੇ ਬਾਰੇ ਰੱਖੀ ਗਈ ਆ। ਸਾਡੀ MC ਦੇ ਬਣੀ ਨੂੰ 2 ਸਾਲ ਹੋ ਗਏ ਆ। 2 ਸਾਲ ਦੇ ਵਿੱਚ ਸਾਡੇ ਜ਼ੀਰਕਪੁਰ ਸ਼ਹਿਰ ਦਾ ਬਹੁਤ ਬੇੜਾ ਗਰਕ ਹੋਇਆ ਪਿਆ। ਤੁਸੀਂ ਚਾਹੇ ਸੜਕਾਂ ਦੀ ਗੱਲ ਕਰ ਲਓ, ਸੀਵਰੇਜ ਦੀ ਗੱਲ ਕਰ ਲਓ, ਪਾਰਕਾਂ ਦੀ ਗੱਲ ਕਰ ਲਓ, ਹਰ ਪਾਸੇ ਤੁਸੀਂ ਜਾ ਕੇ ਦੇਖ ਲਓ। ਚਾਹੇ ਲੋਗੜ ਚੱਲ ਜਾਓ, ਬਲਟਾਣੇ ਚੱਲ ਜਾਓ, ਪੁਆਧ ਚੱਲ ਜਾਓ, ਢਕੋਲੀ ਚੱਲ ਜਾਓ, ਹਰ ਪਾਸੇ ਸੜਕਾਂ ਦਾ ਬਹੁਤ ਬੁਰਾ ਹਾਲ ਆ। ਇੱਕ ਹਲਕੀ ਜਿਹੀ ਬਾਰਿਸ਼ ਪੈਂਦੀ ਆ, ਜਿਹਦੇ ਵਿੱਚ ਤੁਸੀਂ ਐਂ ਲਾ ਲਓ ਵੀ ਸ਼ਹਿਰ ਡੁੱਬਣ ਦੇ ਕਿਨਾਰੇ 'ਤੇ ਖੜ੍ਹ ਜਾਂਦਾ। ਔਰ ਅਸੀਂ ਜਿਹੜਾ ਇਹਨਾਂ ਨੇ ਪਿੱਛੇ 2022-23 ਦਾ ਬਜਟ ਸੀਗਾ, 1 ਕਰੋੜ 17 ਲੱਖ ਦਾ ਸੀਗਾ ਜੀ। ਉਹਦੇ ਵਿੱਚ ਇਹ ਕਹਿੰਦੇ ਆ ਵੀ ਅਸੀਂ ਜੋ ਸਟੇਟਮੈਂਟ EO ਸਾਹਿਬ ਨੇ ਦਿੱਤੀ ਆ ਵੀ 98% ਕੰਮ ਹੋ ਚੁੱਕੇ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ, ਪ੍ਰਧਾਨ ਨੂੰ ਉਦੈਵੀਰ ਸਿੰਘ ਢਿੱਲੋਂ ਜੀ ਨੂੰ, ਵੀ ਸਾਨੂੰ ਹਰ ਵਾਰਡ ਦੇ ਬਾਰੇ ਇਹਦੀ ਡਿਟੇਲ ਦਿੱਤੀ ਜਾਵੇ ਵੀ ਕਿਸ ਵਾਰਡ ਦੇ ਵਿੱਚ ਕਿੰਨਾ ਪੈਸਾ ਕਿੱਥੇ ਖਰਚ ਹੋਇਆ। ਸਾਡੇ ਸ਼ਹਿਰ ਦੇ ਵਿੱਚ ਪਿੱਛੇ 5 ਟਿਊਬਲ ਲੱਗੇ ਹਨ, ਜਿਨ੍ਹਾਂ ਦੇ ਵਿੱਚ 2 ਟਿਊਬਲ ਫੇਲ ਹੋ ਗਏ ਨੇ। ਮੇਰਾ ਖਿਆਲ ਹੈ ਇੱਕ ਵਾਰਡ ਨੰਬਰ 27 ਦੇ ਵਿੱਚ ਪਿੱਛੇ ਹਫ਼ਤਾ ਕੁ ਪਹਿਲਾਂ ਉਦਘਾਟਨ ਕਰਿਆ ਸੀਗਾ ਜੀ, ਉਹ ਮੇਰਾ ਖਿਆਲ ਅੱਧੇ ਘੰਟੇ ਦੇ ਵਿੱਚ ਹੀ ਟਿਊਬਲ ਫੇਲ ਹੋ ਗਏ ਜੀ। ਅਤੇ ਬਾਕੀ ਜਿਹੜੇ ਹੋਰ ਵੀ ਟਿਊਬਲ ਲੱਗੇ ਹਨ, ਇੱਕ ਟਿਊਬਲ ਜਿਹੜਾ ਕਿ ਸ਼ੰਕਰ ਸਿਟੀ ਦੇ ਵਿੱਚ ਲਗਾਇਆ ਗਿਆ ਹੈ, ਉਹ ਪ੍ਰਾਈਵੇਟ ਕਲੋਨੀ ਦੇ ਵਿੱਚ ਲਗਾਇਆ ਗਿਆ, ਜਿੱਥੇ ਕੋਈ ਵਸੋਂ ਨਹੀਂ ਹੈ। ਔਰ ਸ਼ੰਕਰ ਸਿਟੀ ਦਾ ਮਾਲਕ ਦੇ ਬਾਰੇ ਮੈਨੂੰ ਹਲੇ ਨਾਮ ਨਹੀਂ ਪਤਾ, शिवराज बैंस है जी शायद। तो उत्थे ट्यूबल लगाया गया है, 32 ਲੱਖ ਦੀ ਲਾਗਤ ਦੇ ਨਾਲ ਇਹ ट्यूबल लग्या, जो कि अपनी जो MC ਦੇ ਉੱਪਰ ਭਾਰ ਪਾਇਆ ਗਿਆ। और निजी बिल्डर ਨੂੰ ਫਾਇਦਾ ਦਿਆ ਗਿਆ। ਬਿਲਕੁਲ ਜੀ, 5% ਉੱਥੇ 5% ਆਬਾਦੀ ਹੈ ਜੀ। ਬਿਲਕੁਲ ਉੱਥੇ ਸੜਕਾਂ ਨਹੀਂ ਕੋਈ ਬਣੀ ਹੋਈ, ਕੋਈ ਸੀਵਰੇਜ ਨਹੀਂ। ਅਸੀਂ ਪਿੱਛੇ ਗਏ ਸੀਗੇ, ਉਦਘਾਟਨ ਕਰਿਆ ਸੀਗਾ ਟਿਊਬਲ ਦਾ, ਉੱਥੇ ਕੋਈ ਸੜਕ ਨਹੀਂ ਬਣੀ ਹੋਈ, ਕੋਈ ਸੀਵਰੇਜ ਨਹੀਂ। मतलब कि हर तरह तो अपनी सरकार दी जो पैसा व्यर्थ खराब किया जा रहा। और ਜਿਹੜੇ ਸਾਡੇ MC ਆ ਉੱਥੇ ਦੇ ਮੌਜੂਦਾ, ਉਹਨਾਂ ਦੀ ਇਸ ਨੌਲੇਜ ਦੇ ਵਿੱਚ ਨਹੀਂ ਹੈ ਇਹ ਗੱਲ, ਮੇਰੇ ਖਿਆਲ ਸ਼ਾਇਦ ਲੱਕੀ ਜੀ ਤੁਹਾਨੂੰ ਪਤਾ ਹੋਊਗਾ। ਤੇ ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਹਲਕਾ ਡੇਰਾਬੱਸੀ MLA ਸਾਹਿਬ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਸ਼ਹਿਰ ਦੇ ਕੰਮ ਹੋਏ ਆ, ਜਿੰਨੇ ਵੀ ਪੁੱਠੇ ਸਿੱਧੇ ਕੰਮ ਹੋਏ ਆ, ਉਹਨਾਂ ਦੀ ਵਿਜੀਲੈਂਸ ਜਾਂਚ ਕਰਾਈ ਜਾਵੇ। ਔਰ ਮੈਂ ਇਸ ਪ੍ਰਧਾਨ ਨੂੰ ਜਲਦ ਤੋਂ ਜਲਦ
ਇਹ ਪ੍ਰਧਾਨਗੀ ਛੱਡੇ ਔਰ ਤਾਂ ਕਿ ਸਾਡੇ ਸ਼ਹਿਰ ਦੇ ਜਿਹੜੇ ਕੰਮ ਹੋ ਸਕਣ। ਔਰ ਮੇਰੇ ਵਾਰਡ ਦੀ ਗੱਲ ਕਰ ਰਿਹਾ ਮੈਂ, 14 ਨੰਬਰ ਦੇ ਵਿੱਚ ਇੱਕ ਪਾਰਕ ਬਣਾਇਆ ਜਾ ਰਿਹਾ ਜੀ, ਤੁਸੀਂ ਉੱਥੇ ਚੈੱਕ ਕਰ ਲਓ ਜਾ ਕੇ। ਬਹੁਤ ਗੰਦਾ ਮਟੀਰੀਅਲ ਯੂਜ਼ ਕੀਤਾ ਜਾ ਰਿਹਾ, ਜਿਸ ਦਾ ਕੰਮ ਮੇਰਾ ਖਿਆਲ ਵੀ 1.5 ਸਾਲ ਦੇ ਕਰੀਬ ਹੋ ਗਿਆ ਚੱਲਦੇ ਨੂੰ, ਹਲੇ ਤੱਕ ਉਹਦੀ ਮਤਲਬ ਕਿ ਬਾਉਂਡਰੀ ਵਾਲ ਤੱਕ ਨਹੀਂ ਹੋਈ। ਮੈਂ ਉਹਦੀ ਵੀ ਵਿਜੀਲੈਂਸ ਜਾਂਚ ਕਰਾਉਣਾ ਚਾਹੁੰਦਾ, ਐਮਐਲਏ ਸਾਹਿਬ ਨੂੰ ਅਪੀਲ ਕਰਦਾ ਹਾਂ ਵੀ ਉਹਦੀ ਵੀ ਵਿਜੀਲੈਂਸ ਜਾਂਚ ਕਰਾਈ ਜਾਵੇ ਔਰ ਜਲਦ ਤੋਂ ਜਲਦ ਇਹ ਜਿਹੜਾ ਪ੍ਰਧਾਨ ਆ ਆਪਣੀ ਕੁਰਸੀ ਤੋਂ ਅਸਤੀਫਾ ਦੇਵੇ। ਅਸੀਂ ਸਾਰੇ ਐਮਸੀ ਸਾਹਿਬਾਨ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਅਸਤੀਫਾ ਦੇਵੇ ਔਰ ਤਾਂ ਕਿ ਆਪਣੇ ਜਿਹੜੇ ਜ਼ੀਰਕਪੁਰ ਸ਼ਹਿਰ ਦੇ ਵਿਕਾਸ ਦੇ ਕੰਮ ਹੋ ਸਕਣ, ਕੋਈ ਨਵਾਂ ਬੰਦਾ ਇੱਥੇ ਪ੍ਰਧਾਨ ਬਣੇ ਔਰ ਤਾਂ ਕਿ ਜੋ ਜ਼ੀਰਕਪੁਰ ਸ਼ਹਿਰ ਦੇ ਆਪਣੇ ਕੰਮ ਹੋ ਸਕਣ। ਕਿੰਨੇ ਐਮਸੀ ਹੈਗੇ ਆਪਣੇ ਨਾਲ ਜੀ 12 ਐਮਸੀ ਆ, ਇਕੱਠੇ ਆ ਅਸੀਂ ਸਾਰੇ। 117 ਕਰੋੜ ਰੁਪਏ ਨਗਰ ਕੌਂਸਲ ਚ ਖਰਚੇ ਗਏ ਹਾਂਜੀ ਜਿਹੜਾ ਫਾਈਨੈਂਸ਼ੀਅਲ ਈਅਰ। ਹਾਂਜੀ ਹਾਂਜੀ। ਇਹਦੇ ਚ ਤੁਹਾਨੂੰ ਕੀ ਲੱਗਦਾ ਕਿੰਨੇ ਕਰਪਸ਼ਨ ਕੀਤੀ ਹੋਣੀ ਇਹਨਾਂ ਨੇ? ਸਾਨੂੰ ਬਿਲਕੁਲ ਹੈ ਜੀ, ਕੋਈ ਡਿਟੇਲ ਦੇਵੇ ਜੀ, ਸਾਨੂੰ ਦੱਸੇ ਪ੍ਰਧਾਨ। ਅਸੀਂ ਕੌਂਸਲ ਦੇ ਮੈਂਬਰ ਸੀ, ਕੀ ਤੁਹਾਨੂੰ ਲੱਗਦਾ ਕਰਪਸ਼ਨ ਹੋਈ? ਸਾਨੂੰ ਬਿਲਕੁਲ ਕਰਪਸ਼ਨ ਹੋਈ ਹੈ ਜੀ। ਕਿੰਨੀ ਮੈਨੂੰ ਜੋ ਪਤਾ ਲੱਗਿਆ ਹੋਇਆ ਕਹਿੰਦੇ ਵੀ ਜਿਹੜਾ ਬੰਦਾ ਠੇਕੇਦਾਰ ਟਿਊਬਲ ਲਾਉਂਦਾ ਸੀਗਾ ਉਹ ਤੋਂ 5 ਲੱਖ ਰੁਪਏ ਇੱਕ ਟਿਊਬਲ ਦੀ ਡਿਮਾਂਡ ਰੱਖੀ ਹੈ ਇਹਨਾਂ ਨੇ। 5 ਲੱਖ ਰੁਪਏ ਸਾਨੂੰ ਦਿਓ ਤਾਂ ਟਿਊਬਲ ਲਾਣ ਦੇਵਾਂਗੇ ਅਸੀਂ। ਤੇ ਇਹ ਜਿਹੜੇ ਟਿਊਬਲ ਲਾਏ ਨੇ ਨਿਕਲ ਲਾਏ ਜਦੋਂ ਫਿਰ ਉੱਥੋਂ ਹੀ ਪੈਸੇ ਲਏ ਆ? ਹਾਂ ਬਿਲਕੁਲ ਪੈਸੇ ਲਏ ਆ ਜੀ ਅਸੀਂ। ਉਹਨਾਂ ਨੇ ਸਾਡੇ ਜੋ ਅਸੀਂ ਉਹਨਾਂ ਨੂੰ ਸਲਾਹ ਦਿੰਦੇ ਸੀਗੇ ਵੀ ਇਹ ਚੰਗੇ ਕੰਮ ਕਰੋ, ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ। ਅਸੀਂ ਕੋਈ ਚੰਗਾ ਕੰਮ ਕਰਨ ਵਾਸਤੇ ਸਾਰੇ ਐਮਸੀ ਸਾਹਿਬਾਨ ਬੈਠੇ ਆ, ਇਹਨਾਂ ਨੂੰ ਪੁੱਛ ਲਓ ਤੁਸੀਂ ਵੀ ਇਹਨਾਂ ਦੇ ਕਹਿਣ ਤੇ ਕੋਈ ਕੰਮ ਕਰਿਆ ਹੋਵੇ। ਬਿਲਕੁਲ ਕਿਸੇ ਨੂੰ ਪੁੱਛਿਆ ਨਹੀਂ ਗਿਆ, ਆਪਣੀ ਮਨ ਮਰਜ਼ੀ ਦੇ ਨਾਲ ਹੀ ਆਪਣੀ ਸਲਾਹ ਕਰਕੇ ਆਪਣਾ ਜੋ ਵੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੰਮ ਕਰੇ ਸ਼ਹਿਰ ਦੇ ਵਿੱਚ। ਤੁਸੀਂ ਦੋਸ਼ ਲਾਇਆ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਸਾਰੇ ਕੰਮ ਕੀਤੇ? ਹਾਂਜੀ ਬਿਲਕੁਲ ਜੀ। ਤੁਸੀਂ ਵੀ ਉਸ ਹਾਊਸ ਦੇ ਮੈਂਬਰ ਸੀ, ਤੁਹਾਡੀ ਵੀ ਸਹਿਮਤੀ ਸਰਬਸੰਮਤੀ ਨਾਲ? ਨਹੀਂ ਅਸੀਂ ਸਹਿਮਤੀ ਨਾਲ ਤਾਂ ਕਹਿੰਦੇ ਰਹੇ ਹਾਂ, ਉਹਨਾਂ ਨੂੰ ਬਾਰ-ਬਾਰ ਸਮਝਾਉਂਦੇ ਰਹੇ ਹਾਂ। ਜਿਹਨਾਂ ਦੇ ਤੁਹਾਡੇ ਸਾਰਿਆਂ ਦੇ ਨਹੀਂ ਮਤਾਂ ਦੇ ਸਾਈਨ ਹੈਗੇ ਆ, ਪਰ ਸਾਡੇ ਜਿੱਥੇ ਸਾਡੇ ਐਮਸੀ ਬੈਠੇ ਆ ਸਾਡੇ, ਪੁੱਛ ਲਓ ਇਹਨਾਂ ਨੂੰ, ਕਿਸੇ ਵੀ ਵਾਰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਹੀ। ਇਹਨਾਂ ਦੇ ਕਹਿਣ ਤੋਂ ਕੋਈ ਕੰਮ ਨਹੀਂ ਹੋਇਆ। साइन तो पहले करवा लेते थे, फाइन की बात कर रहे हैं साइन तो जब पहले ही हो जाता है, उससे पहले ही हो जाते हैं। देखो मैं मीटिंग बताता से हूं। पहले ही। देखो लीगली जो आप दोष लगा रहे हैं ना, तो उस दोष में नहीं, आप भी बीच में हाँ, हुआ, बिल्कुल आप क्योंकि ठीक कह रहे हो। आपने उनको मतलब मंजूरी दी है। नहीं आप ठीक कह रहे हो। जब technically नहीं वो दी आपकी होती बात थी, तब कर भी रहे हो। मंजूर हो जाता था, तो उसका क्या वो तो करेंगे? देखिए, आप एक पार्टी है, हमारे 23 एमसी थे वहाँ पे। 23 एमसी में गुड फेथ के ऊपर एक रजिस्टर आया कि साइन कर दो। हमें मतलब पढ़ाया नहीं गया कुछ नहीं, उसके ऊपर साइन हो गई, लेकिन ये धोखा हुआ। ये कितने दिन बर्दाश्त करेंगे धोखा? आप ये देखिए 1 साल तो उनका जो गोल्डन पीरियड था, जब सरकार सत्ता में थी, कांग्रेस की सरकार सत्ता में थी, तब उन्होंने इनको कहा कि आप डेवलपमेंट के काम कराओ जी, सरकार आपकी अब तो यहाँ पंजाब की स्टेट की सरकार भी है, कमेटी हमारी है और ये पूरा बहुत ज़्यादा काम करने की आवश्यकता है। लेकिन वो कहते हैं कि साड़ी तो मंत्री नाल नहीं बनती, उस टाइम तो मंत्री नाल नहीं बनती थी, ਹੁਣ ਸਰਕਾਰ ਦੂਜੀ ਆਈ ਕਹਿੰਦੇ ਸਾਡੀ ਸਰਕਾਰ ਨਾਲ ਨਹੀਂ ਮੰਨਦੀ। ਵਿਜੀਲੈਂਸ ਜਾਂਚ ਦੀ ਮੰਗ ਕਰਦੇ ਹੋ, ਵਿਜੀਲੈਂਸ ਜਾਂਚ ਤੁਸੀਂ ਖੁਦ ਬਸੋਗੇ, ਤੁਸੀਂ ਤਾਂ ਮਨਜ਼ੂਰੀ ਦਿੱਤੀ? ਨਹੀਂ ਵਿਜੀਲੈਂਸ ਜਾਂਚ ਕਰੋ ਜੀ, ਠੀਕ ਹੈ। ਅਸੀਂ ਕੰਮ ਕਰਾਉਣ ਦੀ ਮਨਜ਼ੂਰੀ ਦਈ ਹੈ ਕੰਮ ਕਰਾਉਣ ਦੀ ਮਨਜ਼ੂਰੀ ਕੁਆਲਿਟੀ ਦਈ ਹੈ ਚੈੱਕ ਅਸੀਂ। ਕਰਨਾ ਪ੍ਰਧਾਨ ਦੀ ਜ਼ਿੰਮੇਵਾਰੀ ਹੈ, ਪ੍ਰਧਾਨ ਦੀ ਮੌਕੇ ਦੇ ਜ਼ਿੰਮੇਵਾਰੀ। ਠੇਕੇਦਾਰ ਦੀ ਜ਼ਿੰਮੇਵਾਰੀ ਹੈ, ਮੌਕੇ ਦਾ ਜਿਹੜਾ ਅਫਸਰ ਹੈਗਾ ਉਹਦੀ ਜ਼ਿੰਮੇਵਾਰੀ ਹੈ ਜੀ ਜੀ। ਅਗਰ ਕੰਮ ਤੁਸੀਂ ਤੁਹਾਡੀ ਸਹਿਮਤੀ ਨਾਲ ਹੋਇਆ, ਪਰ ਜਿਹੜੇ ਲੇਕਿਨ ਉੱਥੇ corruption- ਬਿਲਕੁਲ ਜੀ, corruption ਕੰਮ ਦੀ ਉਹਨੇ ਆਪ ਕਰੀ ਹੈ ਜਿਹੜੀ ਜੀ। ਕੁਆਲਿਟੀ ਚੈੱਕ ਕਰਨੀ ਸੀ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਸੀ। ਆਪਣੇ ਇਹ ਆਪ ਸਰਕਾਰ ਆਉਣ ਤੋਂ ਬਾਅਦ ਲਗੇ ਨਜ਼ਰ ਆਣ ਕਿ ਸਾਲ ਸ਼ੁਰੂ ਤੋਂ ਜ਼ਬਰਦਸਤੀ ਹੈ ਕੰਮ। ਪਹਿਲਾਂ ਤਾਂ ਤੁਸੀਂ ਕਦੇ ਉਹਦਾ- ਚੱਕੀ ਨਹੀਂ। ਮੈਂ ਤੁਹਾਨੂੰ ਉਹਦਾ ਜਵਾਬ ਇੱਕ ਮਿੰਟ ਅੰਕਲ ਤੁਸੀਂ ਸਾਰੇ ਇੱਕ ਮਿੰਟ ਚੁੱਪ ਕਰਕੇ ਬੈਠੇ ਹੁੰਦੇ ਜੀ ਹਨਾ, ਜੋ ਉਹਨਾਂ ਨੇ ਕਹਿਤਾ ਸਾਰਾ ਠੀਕ ਹੈ, ਪਰ ਜਦ ਹੁਣ ਸਰਕਾਰ ਬਦਲ ਗਈ ਹੁਣ ਉਹਨਾਂ ਦੇ ਕੰਮ ਨਹੀਂ ਹੋ ਰਹੇ ਕਿ ਤੁਸੀਂ ਪਾਲਾ ਬਦਲ ਗਏ, ਤੁਸੀਂ ਕਹਿ ਰਹੇ ਵੀ ਆਪਾਂ ਕੰਮ ਠੀਕ ਹੈ ਕਰਵਾਉਣ ਜੀ। ਨੂੰ ਪਾਲਾ ਬਦਲਿਆ ਹਨਾ, ਤੇ ਹੁਣ ਤੁਹਾਨੂੰ ਸਾਰੀ ਜਿਹੜੇ ਘਪਲੇ ਵੀ ਦਿਖ ਰਹੇ ਆ, ਹੁਣ ਸਾਰਾ ਕੁਝ ਦਿਖ ਰਿਹਾ, ਪਹਿਲਾਂ ਕਿਉਂ ਨਹੀਂ ਸਾਲ ਬੋਲੇ? ਮੈਂ ਉਹਦਾ ਜਵਾਬ ਦਿੰਦਾ ਜੀ। 2 ਸਾਲ ਹੋ ਗਏ ਹਾਊਸ ਬਣੇ ਨੂੰ, ਪਿਛਲੀ ਮੀਟਿੰਗ 'ਚ ਹੀ ਕਿਉਂ ਪੱਤਰਕਾਰਾਂ ਨੂੰ ਬਾਹਰ ਕੱਢਿਆ ਗਿਆ? 2 ਸਾਲ ਹੋ ਗਏ ਸੀਗੇ ਇਸ ਗੱਲ ਦੇ ਵਿੱਚ, ਅੱਜ ਤੱਕ ਪੱਤਰਕਾਰ ਵੀ ਜਾਂਦੇ ਰਹੇ ਆ। ਹਾਜ਼ਰੀ ਰਜਿਸਟਰ ਮੀਟਿੰਗ ਹਾਲ ਦੇ ਵਿੱਚ ਲੱਗਦਾ ਰਿਹਾ। ਉਹ ਪਹਿਲੀ ਮੀਟਿੰਗ ਸੀਗੀ ਜਿਹਦੇ ਵਿੱਚ ਪ੍ਰਧਾਨ ਦੇ ਕਮਰੇ ਦੇ ਵਿੱਚ ਰਜਿਸਟਰ ਆਏ, ਉੱਥੇ ਬੈਠ ਕੇ ਸਾਈਨ ਕਰਨ ਲਈ ਸਾਨੂੰ ਸਾਰੇ ਐਮਸੀਆਂ ਨੂੰ ਫੋਰਸ ਕੀਤਾ ਗਿਆ। ਸ਼ਾਇਦ ਉਹੀ ਗੱਲ ਤੋਂ ਬਾਅਦ ਅਸੀਂ 9 ਐਮਸੀਆਂ ਨੇ ਨਾਲ ਲੱਗਦੇ, ਪਹਿਲਾਂ 3 ਸਾਡੇ ਸਾਥੀ ਜਾ ਚੁੱਕੇ ਸੀਗੇ। ਅਸੀਂ ਪ੍ਰਧਾਨ ਨੂੰ ਵਾਰਨਿੰਗ ਦੇ ਕੇ ਵੀ ਆ ਜਿਹੜੇ ਤੇਰੇ ਗਲਤ ਕੰਮ ਕੀਤੇ ਉਸ ਮੀਟਿੰਗ ਦੇ, ਇਹਨਾਂ ਨੂੰ ਸਹੀ ਕਰ, ਦਰੁਸਤ ਕਰ, ਜੇ ਤੂੰ ਨਹੀਂ ਕਰਦਾ ਅਸੀਂ ਆ 9 ਐਮਸੀ ਤੈਨੂੰ ਛੱਡ ਕੇ ਜਾ ਰਹੇ ਹਾਂ। ਇਹ ਮੇਰੀ ਗੱਲ ਦਾ ਜਵਾਬ ਨਹੀਂ ਹੈ ਸਰ ਇਹੀ ਹੈ ਜੀ। ਦੇਖੋ ਅੱਜ ਤੱਕ ਪੱਤਰਕਾਰਾਂ ਨੂੰ ਕਦੇ ਰੋਕਿਆ ਨਹੀਂ ਗਿਆ ਹਾਊਸ ਦੀ ਮੀਟਿੰਗ ਦੇ ਵਿੱਚ। ਬਦਲ ਜਾਂਦੀ ਪ੍ਰਧਾਨ ਦੀ ਨੀਤ ਹੁਣ ਫਰਕ ਸੀ ਪ੍ਰਧਾਨ ਦੀ ਨੀਤ 'ਚ। नहीं मीडिया के सामने नहीं बोला गया, ये हमने प्रधान जी को बोला। ਸਾਡੇ ਤੋਂ ਜ਼ਬਰਦਸਤੀ ਸਾਈਨ ਕਰਾਉਂਦੇ ਸੀਗੇ ਸਾਨੂੰ, ਪਰ ਜਦੋਂ ਸਟਾਰਟ ਕੰਮ ਹੁੰਦਾ ਸੀਗਾ ਸਾਨੂੰ ਕੋਈ ਪੁੱਛਿਆ ਨਹੀਂ ਮੇਰਾ ਜਾਂਦਾ। ਸਵਾਲ ਫੇਰ ਉੱਥੇ ਦਾ ਉੱਥੇ। ਹਾਂਜੀ ਹਾਂਜੀ ਜਦ ਉਹਨਾਂ ਦੀ ਸਰਕਾਰ ਸੀ, ਹਾਂਜੀ। ਕਾਂਗਰਸ ਸਰਕਾਰ ਸੀ, ਹਾਂਜੀ। ਜਦੋਂ ਤੁਸੀਂ ਕਿਉਂ ਨਹੀਂ, ਜਦ ਤੁਸੀਂ ਅਸੀਂ ਆਰਾਮ ਨਾਲ ਬੈਠਦੇ ਨਹੀਂ ਬਿਲਕੁਲ ਨਹੀਂ, ਅਸੀਂ ਪਹਿਲਾਂ ਵੀ ਇਹਨਾਂ ਨੂੰ ਕਹਿੰਦੇ ਰਹੇ ਹਾਂ ਅਸੀਂ ਜੀ। ਪ੍ਰਧਾਨ ਦਾ ਸਾਥ ਅਸੀਂ- ਦਿੱਤਾ ਜੀ, ਡਟ ਕੇ ਸਾਥ ਦਿੱਤਾ ਹੈ। 1 ਸਾਲ ਉਹਨੂੰ ਮੌਕਾ ਵੀ ਦਿਆ, ਆਪੋਜੀਸ਼ਨ ਸਰਕਾਰ ਦੇ ਪਰ ਵਿੱਚ ਵੀ ਸਾਡੀ ਦਿਆ ਇਹਨਾਂ ਨੇ ਹੈਗਾ ਸੁਣੀ ਨਹੀਂ ਜੀ ਕੋਈ। ਅਸੀਂ ਕਹਿੰਦੇ ਰਹੇ ਹਾਂ ਸ਼ੁਰੂ ਤੋਂ। ਸਾਥ ਜੀ, ਉਹਨੂੰ ਮੌਕਾ ਦਿੱਤਾ ਵੀ ਚਲੋ ਕੰਮ ਕਰੂਗਾ ਕਿ
ਨਾ ਕਰਪਸ਼ਨ ਅਸੀਂ ਨਹੀਂ ਕਿਹਾ ਕਰਪਸ਼ਨ ਕਰੇ, ਅਸੀਂ ਨਹੀਂ ਬਿਲਕੁਲ ਸਾਥ ਦਿੱਤਾ ਉਹਨੂੰ ਕੰਮ ਸਹੀ ਕਰਨ ਲਈ, ਕੰਮ ਸਹੀ ਕਰਨ ਵਾਸਤੇ ਮੌਕਾ ਕਿਹਾ ਵੀ ਦਿੱਤਾ ਉਹਨੂੰ ਕੰਮ ਸਹੀ ਕਰ ਕੰਮ। ਜੇ ਉਹਨਾਂ ਦੀ ਸਰਕਾਰ ਹੁੰਦੀ ਅੱਜ ਤਾਂ ਫਿਰ ਤੁਸੀਂ ਛੱਡ ਕੇ ਨਹੀਂ ਜਾਣਾ ਸੀ। ਫਿਰ ਵੀ ਜਾਂਦੇ ਜੀ, ਕਿਉਂਕਿ ਅਸੀਂ ਜਿੰਨੇ ਬੈਠੇ ਐਮਸੀ ਅਸੀਂ ਸ਼ਹਿਰ ਦੇ ਵਿੱਚ ਕਾਲੇ ਕੰਮ ਹੁੰਦੇ ਦੇਖ ਨਹੀਂ ਸਕਦੇ। ਕਿੰਨੀ ਡਿਵੈਲਪਮੈਂਟ ਆ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰੁਕੀ ਪਈ ਹੈ, ਪੈਚ ਵਰਕ ਤਾਂ ਹੁਣ ਵੀ ਬਿਲਕੁਲ ਰੁਕੀ ਪਈ ਹੈ ਜੀ। ਬਿਲਕੁਲ ਕੁਝ ਵੀ ਨਹੀਂ ਹੋ ਰਿਹਾ ਜੀ, ਕਿੱਥੇ ਮਰਜ਼ੀ ਦੇਖ ਲਓ ਤੁਸੀਂ, ਖੱਡੇ ਪਏ ਹੋਏ ਆ। ਰੋਡ ਮੈਪ ਹੈ, ਤੁਸੀਂ ਐਲੀਗੇਸ਼ਨ ਲਾਤਾ, ਤੁਹਾਡਾ ਅਗਲਾ ਸਟੈਪ ਕੀ ਹੈ? ਤੁਸੀਂ ਅੱਜ ਪ੍ਰੈਸ ਕੋਲ ਐਲੀਗੇਸ਼ਨ ਲਾ ਅਸੀਂ ਕੱਲੀ ਵਾਰਡ ਦੇ ਨੁਮਾਇੰਦੇ ਹੈਗੇ ਆ, ਆਪਣੀ ਵਾਰਡ ਦੇ ਵਿੱਚ ਜਾ ਕੇ ਜਿੱਥੇ ਜੋ ਪਿਛਲੇ 2 ਸਾਲਾਂ ਦਾ ਕੰਮ ਹੋਇਆ, ਜੋ ਵਰਕ ਆਰਡਰ ਹੈ ਉਹਨਾਂ ਦੀ ਮੰਗ ਕਰਾਂਗੇ। ਸਾਨੂੰ ਵਰਕ ਆਰਡਰ ਮਿਲਣ ਨੂੰ ਤੇ ਅੱਜ ਤੱਕ ਉਹਨੇ ਦੇਣੇ ਸਰਕਾਰ ਤੁਹਾਡੀ, ਤੁਸੀਂ ਲੈ ਸਕਦੇ ਹੋ। ਪ੍ਰਧਾਨ ਦੀ ਆਗਿਆ ਤੋਂ ਬਿਨਾਂ ਕੁਝ ਨਹੀਂ ਪੱਤਾ ਹਿਲਦਾ ਜੀ, ਉੱਥੇ ਨਹੀਂ ਦਿੰਦੇ ਜੀ, पहले भी मांगे हैं ਨਹੀਂ ਦਿੱਤਾ ਜੀ ਕਦੀ ਇਹ ਚੀਜ਼। पहले मांगे हैं हमने। ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਜਿੱਥੇ ਜਿੰਨਾ ਪੈਸਾ ਜਿਹੜਾ ਵਾਰਡ 'ਚ ਲੱਗਿਆ, ਸਾਨੂੰ ਉਹਦੀ ਕੱਲੀ ਰਿਪੋਰਟ ਚਾਹੀਦੀ ਆ ਵੀ ਕਿਸ ਵਾਰਡ ਦੇ ਵਿੱਚ ਕਿੱਥੇ ਕਿੰਨਾ ਪੈਸਾ ਲੱਗਿਆ। ਹਾਂ ਬਿਲਕੁਲ ਜੀ, ਕੱਲੀ ਵਾਰਡ ਕੱਲੀ ਗਲੀ ਮੁਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਅਸੀਂ ਇਕੱਠੇ ਦੇਖਾਂਗੇ ਉੱਥੇ ਕਰਕੇ ਜਾ ਕੇ ਵੀ ਕਿੱਥੇ ਕੰਮ ਹੋਇਆ, ਸਹੀ ਹੋਇਆ, ਸਾਰਾ ਅਸੀਂ ਉਹਦੀ ਜਾਂਚ ਕਰਾਵਾਂਗੇ। ਕਦੋਂ ਤੋਂ ਸਟਾਰਟ ਕਰ ਰਹੇ ਹੋ? ਅਸੀਂ ਹੁਣੇ 2 ਦਿਨ ਦੇ ਵਿੱਚ ਸਟਾਰਟ ਕਰਾਂਗੇ ਜੀ। ਪਹਿਲਾਂ ਇੱਕ ਮਿੰਟ, ਪਹਿਲਾਂ ਕਿਹੜੇ ਵਾਰ ਤੋਂ ਸ਼ੁਰੂ ਕਰੋਗੇ? 1 ਨੰਬਰ ਵਾਰਡ ਤੋਂ ਕਰਾਂਗੇ ਜੀ। ਉੱਥੇ ਕੀ ਕਰਪਸ਼ਨ ਹੋਈ ਹੈ ਦੱਸੋ। ਉੱਥੇ ਦੇਖਾਂਗੇ ਅਸੀਂ ਜਿਹੜਾ ਹਾਂਜੀ। ਮੇਰਾ ਕੁਐਸਚਨ ਹੈ ਵੀ ਤੁਸੀਂ ਰੋਕ ਲਾਏ ਵੀ 5 ਬੰਦੇ ਕਿਉਂ ਬਣੇ? ਹਾਂਜੀ ਬਿਲਕੁਲ ਜੀ, ਉਹਦੇ ਵੀ ਨੇ ਰੋਕ ਲਾਇਆ ਵੀ ਜਿਹੜੇ ਬੰਦੇ ਉੱਤੇ ਗਏ ਉਹਨਾਂ ਨੂੰ ਪੈਸੇ ਦਿੱਤੇ ਹੈ। ਨਹੀਂ ਬਿਲਕੁਲ ਨਹੀਂ, ਅਸੀਂ ਕਿਸ ਚੀਜ਼ ਦਾ ਕਿਸ ਤੋਂ ਪੈਸੇ ਸਾਬਿਤ ਲੈਣੇ ਕਰ ਦੇਵੇ ਜੀ। ਅੱਜ ਤੱਕ ਅਸਤਾ ਗੁਰਪਾਲ 17 ਸਾਲ ਤੋਂ ਉਹਦੇ ਵੀਰ ਦੇ ਨਾਲ ਆ, ਅੱਜ ਤੱਕ ਉਹਦੇ ਵੀਰ ਤੇ ਇੱਕ ਪੰਜੀ ਲਈ ਹੋਵੇ ਕਿਸੇ ਨੇ, ਸਾਰੇ ਬੈਠੇ 12 ਦੇ 12 ਸਾਬਿਤ ਕਰ ਦੇਣ। ਤੁਸੀਂ ਇਹ ਰੋਕ ਕਿਸ ਹਾਲ ਤੇ ਲਾਦਾ, ਤੁਹਾਡੇ ਕੋਲ ਕੀ ਪ੍ਰੂਫ ਹੈ? ਕੰਮ ਦੀ ਕੁਆਲਿਟੀ 2 ਵਾਰ ਫੇਲ ਕਿਵੇਂ ਹੋ ਗਈ? 2 ਵਾਰ ਦੇਖੋ ਗੱਲ ਕਰਦਾ ਜਿਹੜਾ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਕਰਪਸ਼ਨ ਦੀ ਗੱਲ ਬਾਈ ਜੀ 2 ਵਾਰ ਫੇਲ ਹੋ ਗਏ, ਉਹਨਾਂ ਦੀ ਜਾਂਚ ਹਜੇ ਤੱਕ ਨਹੀਂ ਹੋਈ ਹੈਗੀ, ਕਿਤੇ ਨਾ ਕਿਤੇ ਸੈਟਿੰਗ ਦਿਖਦੀ ਹੈ। ਤੁਸੀਂ ਕੋਈ ਸ਼ਿਕਾਇਤ ਦੋਗੇ ਇਸ ਬਾਰੇ? ਬਿਲਕੁਲ ਦਵਾਂਗੇ ਜੀ, ਵਾਰਡ ਦੇ ਨੁਮਾਇੰਦੇ ਬੈਠੇ ਆ, ਉਹਨਾਂ ਤੋਂ ਬਾਈ ਰਿਟਨ ਵਿਜੀਲੈਂਸ ਦੀ ਜਾਂਚ ਵੀ 12 ਕਰਵਾਵਾਂਗੇ। ਦੇ 12 ਬੰਦੇ ਕੰਪਲੀਟ ਲਿਖ ਕੇ ਦਵਾਂਗੇ ਮਤਲਬ ਹੁਣ ਅਸੀਂ। ਤੁਹਾਡਾ ਇਹ ਅੱਜ ਵੀ ਤੁਸੀਂ ਮੁਹਿੰਮ ਛੇੜੋਗੇ? ਹਾਂਜੀ, ਬਿਲਕੁਲ ਜੋ ਅਸਤੀਫਾ ਨਹੀਂ ਦਿੰਦਾ ਪੋਲ ਖੋਲੋਗੇ ਵੀ ਕਿੰਨੀ ਕਰਪਸ਼ਨ ਕੀਤੀ ਉਹਦੇ ਵਿੱਚ। ਬਾਕੀ ਸਾਡਾ ਇੱਕ ਜਿਹੜਾ ਕਾਲਮ ਆ, ਜਿਹੜਾ ਸਾਡੇ 22 ਬੰਦੇ ਆ, ਸਾਡਾ 1 ਮਹੀਨੇ ਦੇ ਵਿੱਚ ਸਾਡਾ ਪੂਰਾ ਕਾਲਮ ਪੂਰਾ ਹੋ ਜਾਏਗਾ। ਅਸੀਂ ਜਲਦ ਤੋਂ ਹਾਂ 1 ਮਹੀਨੇ ਦੇ ਵਿੱਚ ਅਸੀਂ ਪ੍ਰਧਾਨ ਉਹ ਜੋ ਆਪਣਾ ਪਾਰਟੀ ਡਿਸਾਈਡ ਕਰੇਗੀ, ਡਿਸਾਈਡ ਕਰੇਗੀ। ਪਾਸ ਹੋਇਆ ਸੀਗਾ ਤੇ ਜਿਹਦੇ ਵਿੱਚੋਂ ਮੇਰੇ ਵਾਰਡ ਦੇ ਵਿੱਚ ਕਿਆ ਕੰਮ ਹੋਏ ਨੇ, ਜੇ ਕੰਮ ਹੋਏ ਵੀ ਨੇ ਤਾਂ ਮੈਂ ਉਹਦੀ ਜਾਂਚ ਦੇ ਲਈ ਹਰ ਹਾਊਸ ਮੀਟਿੰਗ ਦੇ ਵਿੱਚ ਮੈंने ਮੁੱਦਾ ਚੱਕਿਆ ਸੀਗਾ। ਤੇ ਮੇਰੇ ਅੰਦਰ ਜਿੱਦਾਂ ਮੇਰੇ ਵਾਰਡ ਦੇ ਵਿੱਚ ਪੈਂਦੀ ਹੈ ਤਾਂ ਕਲੋਨੀ ਦੇ ਵਿੱਚ ਮਾਡਰਨ ਕਲੇਮ ਪੈਂਦੀ ਹੈ, ਉੱਥੇ ਪਾਈਪਾਂ ਪਾਈਆਂ ਗਈਆਂ ਸੀਗੀਆਂ, ਪਾਣੀ ਦੀਆਂ ਪਾਈਪਾਂ ਪਾਈਆਂ ਸੀ ਨਿਕਾਸੀ ਵਾਸਤੇ ਤੇ ਬਰਸਾਤੀ ਪਾਣੀ ਦੀਆਂ। ਤਾਂ ਉਹਦੇ ਵਿੱਚ ਉਹਦੀ ਮੈਂ ਜਾਂਚ ਦੀ ਮੰਗ ਪਹਿਲਾਂ ਹੀ ਕਰ ਦਿੱਤੀ ਗਈ ਸੀਗੀ ਤੇ ਅੱਜ ਤੱਕ ਉਸਦੀ ਕੋਈ ਜਾਂਚ ਨਹੀਂ ਹੋਈ। ਠੇਕੇਦਾਰ ਕੋਈ ਕੰਮ ਕਰਕੇ ਜਾਂਦਾ ਹੈ, ਉਹਦੀ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ ਹੈਗੀ। ਜੇ ਤੁਸੀਂ ਉਹਦੀ ਕੋਈ ਕੰਪਲੇਂਟ ਕਰਦੇ ਹੋ ਤਾਂ ਉਹਦੀ ਕੰਪਲੇਂਟ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ। ਸਰਕਾਰ ਹੁਣ ਤੁਹਾਡੀ ਹੈ, ਤੁਸੀਂ ਜਾਂਚ ਕਰਾਣੀ ਇਹ ਵੀਰ ਜੀ ਇਹ ਅੱਜ ਦੀ ਗੱਲਾਂ ਨਹੀਂ ਹੈਗੀਆਂ, ਇਹ ਅਸੀਂ ਜੇ ਅੱਜ ਆਪਾਂ ਗੱਲ ਕਰ ਰਹੇ ਹਾਂ ਨਾ, ਇਹ ਪੁਰਾਣੀ ਗੱਲ ਕਰ ਰਹੇ ਅਸੀਂ ਹਾਂ। ਗੱਲ ਕਰ ਦੇਖੋ ਮੇਰੀ ਗੱਲ ਸੁਣੋ, ਆਪਾਂ ਇਹ 2 ਸਾਲ ਦੀਆਂ ਗੱਲਾਂ ਕਰਦੇ ਹਾਂ ਵੀ ਆਪਾਂ ਵੀ ਪਾਰਟੀਆਂ ਛੱਡਤੀਆਂ, ਇਹ ਛੱਡਤੀਆਂ, ਉਹ ਛੱਡਤੀਆਂ। ਦੇਖੋ ਜੇ ਸਾਡੇ ਕੰਮ ਹੀ ਨਹੀਂ ਹੋਣਗੇ, ਸਾਡੇ ਕੰਮ ਨਹੀਂ ਹੋਣਗੇ, ਹਰ ਸਾਡੇ ਪਬਲਿਕ ਨੇ ਸਾਨੂੰ ਇਹ ਨਹੀਂ ਸੀ ਦੇਖਿਆ ਵੀ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ। ਉਹਨਾਂ ਨੇ ਇਹ ਦੇਖਿਆ ਸੀਗਾ ਇੱਕ ਚਿਹਰਾ ਹੈ। ਇਹ ਸਾਡੇ ਪਹਿਲਾਂ ਵਾਲੇ ਐਮਸੀਆਂ ਨੇ ਕੰਮ ਸਾਡੇ ਕੀਤੇ ਨਹੀਂ, ਉਹਨਾਂ ਨੇ ਸਾਡੇ ਤੋਂ ਇੱਕ ਉਮੀਦ ਜਤਾਈ ਸੀ ਕਿ ਜਿਹੜੇ ਸਾਡੇ ਕੰਮ ਰੁਕੇ ਹੋਏ ਸੀ, ਕਾਸਾਂ ਦੇ ਕੰਮ ਰੁਕੇ ਹੋਏ ਸੀਗੇ, ਉਹ ਸਾਡੇ ਇਹ ਵਾਲੇ ਬੰਦੇ ਸਾਡੇ ਕੰਮ ਕਰਾ ਕੇ ਦੇਣਗੇ। ਤੇ ਅੱਜ ਜਿਹੜੀ ਸਥਿਤੀ ਹੈ ਜੋ ਕਿ ਕਿਉਂ ਪਈ ਹੈ, ਜੇ ਅਸੀਂ ਵੀ ਉਹਨਾਂ ਨੇ ਕੰਮ ਨਹੀਂ ਕਰਾ ਕੇ ਦੇਵਾਂਗੇ ਤਾਂ ਸਾਡੇ ਔਰ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਤੇ ਜੇ ਅਸੀਂ ਮੁੱਦੇ ਚੱਕ ਰਹੇ ਹਾਂ ਤਾਂ ਸਾਡੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਸਾਡੇ ਜਿੰਨੇ ਵੀ ਅਸੀਂ ਕੰਮ ਕਰਕੇ, ਜਿੱਦਾਂ ਹੁਣ ਇੱਕ ਮੀਟਿੰਗ ਹੋਈ ਸੀ 19/7/22 ਨੂੰ, 19/7/22 ਨੂੰ ਮੈंने ਜਿਹੜੇ ਵੀ ਉਹਨਾਂ ਦੇ ਵਿੱਚ ਇਹਨਾਂ ਨੇ ਟੈਂਡਰ ਪਾਏ ਹੋਏ ਸੀਗੇ, ਉਸ ਦੇ ਵਿੱਚ ਮੇਰੇ ਵਾਰਡ ਦਾ ਪਾਰਟ 5 ਦਾ ਬਾਈ ਪ੍ਰੂਫ, ਮੇਰੇ ਕੋਲ ਪ੍ਰੂਫ ਹੈ, ਇੱਕ ਵੀ ਕੰਮ ਨਹੀਂ ਪਾਇਆ ਗਿਆ ਹੈਗਾ। ਇੰਨੇ ਕੰਮ ਨੋਟ ਕਰਾਉਣ ਦੇ ਬਾਵਜੂਦ ਪਵਨਦੀਪ ਜੇਈ ਹੋਇਆ ਕਰਦਾ ਸੀ ਉੱਥੇ, ਉਹਨੂੰ ਸਾਰੇ ਕੰਮ ਨੋਟ ਕਰਾਏ ਗਏ ਨੇ ਤੇ ਪ੍ਰਧਾਨ ਜੀ ਕਹਿੰਦੇ ਨੇ ਕਿ ਤੁਸੀਂ ਕੋਈ ਕੰਮ ਹੀ ਨਹੀਂ ਨੋਟ ਕਰਾਏ ਹੈਗੇ। ਮੇਰਾ ਜਾਂ ਤਾਂ ਵਾਰਡ ਕਹਿੰਦੇ ਨੇ ਮਿਨੀ ਸਵਿਟਜ਼ਰਲੈਂਡ ਬਣ ਗਿਆ ਹੁਣ ਵੀ, ਜਿੱਥੇ ਨਾ ਤਾਂ ਕੋਈ ਖੱਡੇ ਨੇ ਨਾ ਹੀ ਉੱਥੇ ਕੋਈ ਪ੍ਰੋਬਲਮ ਹੈ, ਜਦ ਕਿ ਸਭ ਤੋਂ ਵੱਧ ਪ੍ਰੋਬਲਮ ਸ਼ਾਇਦ ਉੱਥੇ ਹੀ ਆਉਂਦੀ ਹੋਊਗੀ ਕਿਉਂਕਿ ਮੇਰਾ ਜਿਹੜਾ ਵਾਰਡ ਪੈਂਦਾ ਹੈ ਬਾਰਡਰ ਤੇ ਪੈਂਦਾ, ਉਹਦੇ ਵਿੱਚ ਜਿਹੜਾ ਪੰਚਕੂਲੇ ਦਾ ਵੀ ਪਾਣੀ ਉੱਥੋਂ ਹੀ ਆਣਾ ਹੈ ਔਰ ਆਪਣਾ ਬਲਟਾਣੇ ਦਾ ਵੀ। ਤੇ ਹੁਣ ਤੁਹਾਨੂੰ ਪਤਾ ਹੀ ਹੈ ਨਿਕਾਸੀ ਦਾ ਕੋਈ ਸਾਧਨ ਤਾਂ ਆਪਣੇ ਹੈ ਨਹੀਂਗਾ, ਤਾਂ ਜਿਹੜਾ ਹੈਗਾ ਇਹ ਕਿਤੇ ਘੁੰਮ ਘੁਮਾ ਕੇ ਆਈ ਜਾਣਾ। ਜੇ ਆਪਾਂ ਹੁਣ ਵੀ 2 ਸਾਲਾਂ ਦੇ ਵਿੱਚ ਵੀ ਬੈਠ ਕੇ ਨਾ लकीरा तो फकीरा ही पिटी जा रही है, तो काम कोई विकास साढ़े हुई नहीं। जितने भी किसी वार्ड में काम हुए हैं, किसी भी एमसी से पूछ के भी पूछा गया भी आपके वार्ड आपके जो काम हो आप संतुष्ट है, हम पेमेंट कर दें? बिल्कुल भी नहीं किसी को पूछा। और जितने भी हमने मते डलवाए हैं, जैसे एक हमारा फर्नीचर मार्केट की रोड था, हमने उसका मेरे ख्याल 4 बार हम वहाँ मीटिंग में रौला पाया भी हमारा कम से कम वहाँ रोड का बहुत बुरा हालत, देखो हमारी कोई सुनवाई नहीं हुई। सारे एमसी दुखी होके
ये नहीं है वहाँ उसको कई बार हमने उसको अंदर बाढ़ के भी उसको टोकिया भी, ऐसे नहीं काम चलेगा, चलाओ आजकल हमने 2 साल निकाल के जब दुखी हो गए फिर हम आए हैं। इस करके हम ये कह रहे हैं भी हम प्रधान बदलेंगे और अपना प्रधान चुनेंगे, हम अपना काम करेंगे। आपको लगता है राम कुमार जी कि प्रधान बदलने से वार्ड की समस्या खत्म हो जाएगी? हाँ जी, आपको लगता है कि प्रधान बदलने से सभी वार्डों की समस्या खत्म हो जाएगी? हाँ होएगी, समस्या होएगी, लेकिन सरकार है हमारी, अपनी सरकार अपनी है, हमारा प्रधान होएगा फिर समस्या हल हो जाएगी। अब दिक्कत आ रही है प्रधान दूसरी उसका है, कांग्रेस का है और सरकार आम पार्टी की, यहाँ दिक्कत है। डेराबस्सी और लालडू में प्रधान बदल चुके हैं, करीब 1 साल होने को है, लेकिन वहाँ कोई डेवलपमेंट देखने को नहीं मिला। ना क्यों नहीं हो रहा, वहाँ चल रही है डेवलपमेंट, चल रही है जी वहाँ। हाँ देख पता करो, पब्लिक से पता करो, चल रही है डेवलपमेंट, ठीक है, लोग संतुष्ट हैं। अजीतपाल सिंह वार्ड नंबर 6 से मैं तो ये कहना चाहूँगी, आज की मीटिंग में जो भी एलिगेशंस उदयवीर सिंह ढिल्लों पे लगे हैं, करप्शन के, एमसी साहबान की मंजूरी ना लेकर या उनकी सलाह लेकर जो काम उन्होंने किए नहीं किए, एक बंदे की अपनी इमेज होती है, ढिल्लों साहब का एक इमेज रही है, अपनी इमेज को पाक साफ रखने के लिए मतलब उनको नैतिकता के आधार पे खुद इस्तीफा दे के कहना चाहिए, खुद कहना चाहिए अगर मैं स्वच्छ हूँ, मैं साफ सुथरा हूँ तो बिल्कुल बेझिझक होकर जांच कराओ, इसमें किस चीज़ की परेशानी है? ठीक है नहीं, हम तो यही बेनती करेंगे, चलो सियाने हैं, हम ये नहीं कहे, हमने भी काफ़ी देर उनके साथ काम किया है, शहर के विकास के लिए बंदे को खुद आगे आना चाहिए। जब इतने एमसी साहबान कह रहे हैं, इतनी काम में हर्डल्स हो रही हैं, सरकार ये बिल्कुल ठीक कह रहे हैं जी। हाँ ना, बिल्कुल वो देखो उनकी छवि एक साफ सुथरी रही है ढिल्लों साहब की, लेकिन वो जो आगे जो कमेटी के बीच में उनके जो बेटे जो कर रहे हैं वो उसका समर्थन कर रहे हैं, तो उनको चाहिए कि भी उसका समर्थन ना करके अपने बेटे को कहें भी हमारी छवि धूमिल हो रही है, आप इस्तीफा दो, इस्तीफा देके जाओ, कहें भी हाँ भी जांच कराओ, मैं जांच कराओ, मैं साथ हूँ, बिल्कुल मैं साथ हूँ। जो आरोप लग रहे हैं तो बिल्कुल, अगर कोई गलत आरोप लगा है या सही लगा है वो तो सामने आ जाएगा, उसमें क्या दिक्कत? सर सबको नमस्कार। पत्रकार भाइयों ने एक सवाल किया था कि जो आप विजिलेंस से इंक्वायरी मांग रहे हो उसमें आप भी फंसते हैं। मैं एक छोटा सा उसका जवाब देना चाहता हूँ मेरे पत्रकार भाइयों को। जो हमारी जो साइन हुए हैं ना, वो एक मुद्दा पास करने के लिए हुए हैं, जो हमने काम करवाने थे, जो हमने नोट करके दिए अपने काम, उस पे हमारे साइन हैं, ना कि जो आगे बिल पास हुए, काम हुए नहीं हुए और वो बिल पास हो चुके हैं उन पे हमारे साइन नहीं। किसी भी एमसी के भी साइन उन कागजों पे नहीं है और कोई साबित नहीं कर सकता कि एमसी के वहाँ साइन है। जब साइन करेंगे तो साबित होगा वो। सर विजिलेंस जांच की अगर मांग करें तो विजिलेंस जांच में ईओ गिरीश वर्मा फंस चुके हैं, अभी भी वो जेल में हैं। बिल्कुल है जी। उन पे करोड़ों रुपए के आरोप लगे हैं, तो क्या लगता है कि इसी तरह के आरोप प्रधान पे लगने के? सर ईओ और प्रधान अलग अलग हैं लेकिन कड़ी एक ही है। वो ईओ के भी साइन, मौजूदा ईओ है उनके साथ भी प्रधान की मिलीभगत है, इस चीज को मानते हैं आप? बिल्कुल हो सकती है सर, इसके लिए मैं ये नहीं कहूँगा हो सकती है, क्योंकि उसमें अभी काम कम हुए हैं, लेकिन गिरीश वर्मा जी के टाइम में तो काम बेशुमार पास हुए। अब वो काम वार्डों में तो हुए नहीं। मेरी मिसिज 4 वार्ड से एमसी हैं, उन वार्ड में जितने भी काम पास हुए उसमें हमारा सिर्फ एक वार्ड में एक ट्यूबवेल लगा है। आप मौजूदा ईओ पे आरोप लगा रहे हैं, लेकिन यहाँ जितने भी पार्षद आए हुए हैं उन्होंने उनका नाम तक नहीं लिया या ईओ के ऊपर इशारा? हम नहीं, हमने उन पे इल्जाम नहीं लगाया। आपने सवाल किया क्या वो भी ईओ मिले हुए हैं? हो सकता है, हमने कहा भी हो सकता है, हमने कहा भी हो सकता है, ये नहीं कि भी हैं इन्वॉल्व हैं, ये नहीं काम। मौजूदा ईओ के टाइम पे जो काम हो सकते हैं, पुराने एस्टिमेट पास हुए, इनके जो पहले काम थे वो पहले पास हो चुके थे, अब तो कोई पास ही नहीं हुए काम। हम कैसे कह देंगे भी ईओ इन्वॉल्व है उसके अंदर? नो। ਸਾਡੇ ਵਾਰਡ ਦੇ ਅੰਦਰ ਇੱਕ 46 ਲੱਖ ਦਾ ਕੰਮ ਸੀਗਾ ਸਟ੍ਰੋਮ ਸੀਵਰ ਦਾ, ਜਿਹੜਾ ਕੰਮ ਹੀ ਪੂਰਾ ਨਹੀਂ ਹੋਇਆ। ਜਿਹੜਾ ਠੇਕੇਦਾਰ ਸੀ ਵਾਲੀਆ, ਉਹ ਭੱਜ ਗਿਆ ਹੈ। ਇਹ ਸਾਰਾ ਪ੍ਰਧਾਨ ਦੀ ਮਿਲੀ ਭਗਤ ਨਾਲ ਹੋਇਆ। ਜਿੰਨੇ ਵੀ ਠੇਕੇਦਾਰ ਹੈ ਇਹ ਚੋਰਾਂ ਨੇ ਆਪਣੇ ਕਈ ਚੋਰ ਠੇਕੇਦਾਰ ਵਿੱਚ ਪਾਏ ਹੈ, ਜਿਹੜੇ ਰਲ ਮਿਲ ਕੇ ਕੰਮ ਕਰਦੇ ਨੇ। ਸਾਸੀ ਠੇਕੇ ਸਾਰ ਜਿੰਨੇ ਵੀ ਅਸੀਂ ਐਮਸੀ ਹੈ ਸਾਰੇ ਕੰਮ ਲਿਖਾਉਂਦੇ ਹਾਂ ਕਮੇਟੀ ਜਾ ਕੇ ਹਾਊਸ ਮੀਟਿੰਗ ਦੇ ਅੰਦਰ, ਪਰ ਜਦ ਕੰਮ ਹੁੰਦੇ ਆ ਸਾਡੇ ਤੋਂ ਕੋਈ ਕੰਮ ਨਹੀਂ ਪੁੱਛਿਆ ਜਾਂਦਾ। ਇਹ ਸਾਡਾ ਕੀ ਫਾਲਟ ਹੈ ਦੱਸੋ? ਸਾਨੂੰ ਕੋਈ ਇਹੋ ਜਿਹੀ ਅਥਾਰਟੀ ਮਿਲੇ ਸਾਡੇ ਸਾਈਨ ਹੋਣ ਬਿੱਲਾਂ ਦੇ ਤਾਂ ਕੰਮ ਪੂਰਾ ਹੋਏ। ਇੱਕ ਸਾਡੇ ਪ੍ਰਧਾਨ ਨੇ ਮਿਲ ਕੇ ਗੁਰਦੇਵ ਨਗਰ ਦੇ ਅੰਦਰ ਇੱਕ ਕਲੋਨੀ ਕੱਟੀ ਹੈ, ਉੱਥੇ ਸਾਰੀ ਸੜਕਾਂ ਸਰਕਾਰੀ ਪੈਸੇ ਨਾਲ ਬਣੀ ਹੈ। ਕਲੋਨੀ ਜਿਹੜੀ ਹੈ ਪ੍ਰਾਈਵੇਟ ਕੋਰੋਨਾਈਜ਼ੇਸ਼ਨ ਬਣਾਈ ਹੈ,
ਉਹ ਸਾਰਾ ਨੁਕਸਾਨ ਕਮੇਟੀ ਦਾ ਹੈ। ਸਾਡੀ ਜਨਤਾ ਦਾ ਪੈਸਾ ਹੈ, ਸਾਡੀ ਜ਼ੀਰਕਪੁਰ ਸ਼ਹਿਰ ਦੀ ਜਨਤਾ ਦਾ ਪੈਸਾ ਹੈ ਜਿਹੜਾ ਇਹ ਚੋਰ ਲੁੱਟ ਕੇ ਖਾ ਰਹੇ ਹੈ। ਸਾਡੇ ਇੱਥੇ ਹਾਰਵੈਸਟ ਸਿਸਟਮ ਦਾ ਕੰਮ ਸੀਗਾ, ਉਹ ਜਿਹੜਾ ਹਾਰਵੈਸਟ ਸਾਡੇ 27 ਨੰਬਰ ਵਾਰਡ ਦਾ ਚੱਕ ਕੇ 13 ਨੰਬਰ 'ਚ ਕਰਤਾ ਹੈ, ਉਹ ਵੀ ਕੰਮ ਸਾਰਾ ਗਪਲਾ ਹੈ। 32 ਲੱਖ ਦਾ ਇੱਕ ਟਿਊਬਵੈੱਲ ਸੀਗਾ, ਉਹ ਟਿਊਬਵੈੱਲ ਪੂਰਾ ਨਹੀਂ ਬਣਿਆ। ਉਹ ਟਿਊਬਵੈੱਲ ਜਿੱਦਾਂ ਹੀ ਉਦਘਾਟਨ ਕੀਤਾ ਸਾਡੇ MLA ਸਾਹਿਬ ਨੇ 15 ਮਿੰਟ ਬਾਅਦ ਟਿਊਬਵੈੱਲ ਉਹ ਫੇਲ ਹੋ ਗਿਆ। ਇੱਦਾਂ ਦੇ ਕਈ ਕੰਮ ਹੈ। ਪਾਰਕਾਂ ਦਾ 24 ਲੱਖ ਦਾ ਕੰਮ ਸੀ, 2 ਪਾਰਕਾਂ ਦਾ 4 ਲੱਖ ਰੁਪਏ ਦਾ ਵੀ ਕੰਮ ਨਹੀਂ ਹੋਇਆ। ਸਾਰਾ 20 ਲੱਖ ਰੁਪਏ ਖਾ ਗਏ ਨੇ ਠੇਕੇਦਾਰਾਂ ਨਾਲ ਮਿਲ ਕੇ। ਅਸੀਂ ਚਾਹੁੰਦੇ ਹਾਂ ਇਹਨਾਂ ਦੀ ਸਾਰੀ ਵਿਜੀਲੈਂਸ ਇਨਕੁਆਇਰੀ ਕੀਤੀ ਜਾਏ, ਇਹ ਚੋਰਾਂ ਨੂੰ ਇਸ ਸੀਟ ਤੋਂ ਹਟਾਇਆ ਜਾਏ। ਸਾਡਾ ਨਵਾਂ ਪ੍ਰਧਾਨ, ਸਾਡੇ MC ਜਿਹੜੇ ਬਣਾਂਗੇ ਆਪਾਂ ਸਾਰੇ ਬਣ ਕੇ ਅਸੀਂ ਆਪਣਾ ਨਵਾਂ ਪ੍ਰਧਾਨ ਚੁਣੀਏ, ਤਾਂ ਕਿ ਜਿਹੜੀ ਚੋਰ ਬਜ਼ਾਰੀ ਸਾਡੇ ਸ਼ਹਿਰ ਦੇ ਅੰਦਰ ਹੋ ਰਹੀ ਹੈ, ਸਾਡੀ ਜਨਤਾ ਦਾ ਪੈਸਾ ਜਿਹੜਾ ਵੇਸਟ ਜਾ ਰਿਹਾ ਹੈ, ਉਹ ਜਿਹੜਾ ਪੈਸਾ ਹੈ ਸਹੀ ਕੰਮਾਂ ਦੇ ਅੰਦਰ ਲੱਗੇ। ਮੇਰੀ ਸਾਰੇ ਆਪਣੇ ਪੱਤਰਕਾਰ ਭਰਾਵਾਂ ਨਾਲ ਰਿਕੁਐਸਟ ਹੈ ਵੀ ਸਾਰੇ ਸਾਡੇ ਨਾਲ ਮਿਲ ਕੇ ਸਾਡੀ ਆਵਾਜ਼ ਚੱਕਣ। ਸਾਡੀ ਸਰਕਾਰ ਹੈ, ਸਾਡੇ ਕੰਮ ਹੈ, ਬੜੀ ਤੇਜ਼ੀ ਨਾਲ ਬੜੇ ਅੱਛੇ ਪੱਧਰ ਨਾਲ ਸਾਡੇ ਕੰਮ ਹੋ ਜਾਣ। ਥੈਂਕ ਯੂ।